ਗੁਰੂ ਵਾਹਿਗੁਰੂ 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 ਵਾਹਿਗੁਰੂ। ਸਤਿਕਾਰਯੋਗ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੇ ਹੁਕਮਾਂ ਅਨੁਸਾਰ ਸਜਾਈ ਗਈ ਸ੍ਰਿਸ਼ਟੀ ਵਿੱਚ ਕਲਯੁਗ ਦੇ ਸਮੇਂ ਗੁਰੂ ਜੀ ਦੀ ਅਗਵਾਈ ਕਰ ਰਹੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਨੇ ਇਸ ਸੰਸਾਰ ਦੇ ਵਿੱਚ ਮਨੁੱਖਾ ਜੀਵਨ ਦੇ ਕੇ ਪ੍ਰਾਣੀਆਂ ਨੂੰ ਭੇਜਿਆ। ਇਸ ਕਰਕੇ ਸੀ ਕਿ ਇਹ ਮੇਰੇ ਨਾਲ ਮਿਲਾਪ ਕਰਨ, ਇਹ ਯਾਤਰਾ ਕਰਦੇ ਹੋਏ ਇੱਥੇ ਜੋ ਵੀ ਕਰਨਗੇ ਉਹਦੇ ਅਨੁਸਾਰ ਇਹਨਾਂ ਦਾ ਕਰਮ ਬਣਨਗੇ। ਤਾਂ ਇਹ ਮੇਰੇ ਨਾਲ ਮਿਲਾਪ ਕਰਦੇ ਆ ਕਿ ਨਹੀਂ ਕਰਦੇ, ਇਸ ਚੀਜ਼ ਦੀ ਖੇਡ ਸ਼ੁਰੂ ਹੋ ਗਈ। ਤਾਂ ਪਰਮਾਤਮਾ ਨੇ ਜਿਸ ਵੇਲੇ ਸਤਿਯੁਗ ਦੇ ਵਿੱਚ ਦੇਖਿਆ ਕਿ ਪ੍ਰਾਣੀ ਤਾਂ ਕੋਈ ਵੀ ਜਾ ਕੇ ਮੁੜ ਕੇ ਪ੍ਰਭੂ ਦੇ ਨਾਲ ਮਿਲਾਪ ਨਾ ਕਰਨ ਲੱਗਾ, ਤਾਂ ਉਹਨਾਂ ਨੇ ਭਗਤ ਜਨਾਂ ਨੂੰ ਭੇਜਣਾ ਸ਼ੁਰੂ ਕੀਤਾ। ਸਤਿਯੁਗ ਦੇ ਵਿੱਚ ਵਿਸ਼ਨੂੰ ਜੀ ਆਏ, ਤ੍ਰੇਤੇ ਦੇ ਵਿੱਚ ਰਾਮ ਜੀ, ਦੁਆਪਰ ਦੇ ਵਿੱਚ ਕ੍ਰਿਸ਼ਨ ਜੀ। ਜਿਸ ਵੇਲੇ ਕੋਈ ਵੀ ਇੱਧਰ ਨੂੰ ਜਾਣ ਦੀ ਬਜਾਏ ਮਨੁੱਖਾ ਜੀਵਨ ਨੂੰ ਇੱਥੇ ਬਤੀਤ ਕਰਦਿਆਂ ਸਮਾਂ ਜੋ ਮਨੁੱਖ ਦੀ ਹਾਲਤ ਇਸ ਤਰ੍ਹਾਂ ਹੋ ਗਈ ਕਿ ਜਿਵੇਂ ਇੱਕ ਰੇਤਾ ਦਾ ਢੇਰ ਤਪ ਰਿਹਾ ਹੋਵੇ ਤਾਂ ਉਹਦੇ ਉੱਪਰ ਇੱਕ ਮੱਛੀ ਪਈ ਹੋਵੇ, ਉਸ ਦੀ ਜੋ ਹਾਲਤ ਹੁੰਦੀ ਹੈ ਉਸ ਅਨੁਸਾਰ ਹੀ ਇਹ ਸੇਮ ਉਸੇ ਤਰ੍ਹਾਂ ਦੀ ਹਾਲਤ ਬੰਦਿਆਂ ਦੀ ਹੋ ਗਈ। ਤਾਂ ਪਰਮਾਤਮਾ ਨੇ ਕਲਯੁਗ ਦੇ ਵਿੱਚ ਬਹੁਤ ਸਾਰੇ ਭਗਤ ਜਨ ਅਤੇ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਸ੍ਰਿਸ਼ਟੀ ਦੇ ਵਿੱਚ ਆਏ ਹੋਏ ਜੀਵਾਂ ਨੂੰ ਸਮਝਾਉਣ ਦੇ ਵਾਸਤੇ ਭੇਜਿਆ ਅਤੇ ਉਹਨਾਂ ਨੂੰ ਜੀਵਨ ਬਤੀਤ ਕਰਨ ਦਾ ਤਰੀਕਾ ਜੋ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਕਿ ਤੁਸੀਂ ਇੱਕ ਤੋਂ ਏਕ ਓਂਕਾਰ ਜੋ ਉਹਨਾਂ ਨੇ ਸ਼ੁਰੂ ਕੀਤਾ ਕਿ ਇੱਥੋਂ ਪੈਦਾ ਹੋਏ ਹੈਗੇ ਆ। ਉਹਨਾਂ ਨੇ ਕੀ ਕੀਤਾ ਕਿ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਸ ਵੇਲੇ ਸ੍ਰਿਸ਼ਟੀ ਵਿੱਚ ਦੇਖਿਆ ਕਿ ਜਿਹੜੇ ਹਾਕਮ ਨੇ ਉਹ ਬਹੁਤ ਹੀ ਜ਼ਿਆਦਾ ਬੰਦਿਆਂ ਦੇ ਉੱਪਰ ਜ਼ੁਲਮ ਕਰ ਰਹੇ ਨੇ, ਤਾਂ ਉਹਨਾਂ ਨੇ ਬੰਦਿਆਂ ਨੂੰ ਆਖਿਆ ਨਿਰਭਉ ਹੋਣ ਲਈ। ਦੂਸਰਾ ਈਰਖਾਬਾਜ਼ੀ ਬਹੁਤ ਜ਼ਿਆਦਾ ਚੱਲ ਰਹੀ ਸੀ, ਇੱਕ ਦੂਸਰੇ ਨਾਲ ਬੈਰ ਵਿਰੋਧ ਸੀ ਬਹੁਤ ਜ਼ਿਆਦਾ ਚੱਲਦਾ। ਤਾਂ ਉਹਨਾਂ ਨੇ ਆਖਿਆ ਕਿ ਨਿਰਭਉ ਹੋ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਹ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ, ਇਹਨੂੰ ਆਪਾਂ ਕੱਲੀ ਕੱਲੀ ਨੂੰ ਲੈ ਕੇ ਦੇਖੀਏ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਮੌਕੇ 'ਤੇ ਜੋ ਸਾਨੂੰ ਸਿੱਖਣਾ ਚਾਹੀਦਾ ਸੀਗਾ ਉਹ ਹੀ ਸਿਖਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਉਹਨਾਂ ਨੇ ਆਖਿਆ ਕਿ ਸਤਿਨਾਮ ਸੱਚਾ ਨਾਮ ਹੈ, ਇਹ ਤੁਸੀਂ ਆਪ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਕਰਨਾ ਸੀ, ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਇਸ ਨੂੰ ਪ੍ਰਾਪਤ ਕਰਨਾ। ਤਾਂ ਉਹਨਾਂ ਨੇ ਕੀ ਆਖਿਆ, ਤੁਸੀਂ ਨਿਰਭਉ ਹੋਣਾ ਸਭ ਤੋਂ ਪਹਿਲਾਂ, ਕਿ ਕਿਸੇ ਦੇ ਕੋਲੋਂ ਡਰਨਾ ਨਹੀਂ, ਕਿਸੇ ਜ਼ਾਲਮ ਤੋਂ ਹਾਕਮ ਤੋਂ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ। ਦੂਸਰਾ ਉਹਨਾਂ ਨੇ ਆਖਿਆ ਕਿ ਹਰ ਮਨੁੱਖ ਨੂੰ ਕਦੇ ਵੀ ਜਿਹੜਾ ਆਪਣੇ ਨਾਲ ਵੈਰ ਵਿਰੋਧ ਈਰਖਾ ਨਹੀਂ ਰੱਖਣੀ, ਨਿਰਵੈਰ ਹੋ ਕੇ ਰਹਿਣਾ ਹੈਗਾ। ਫਿਰ ਉਹਨਾਂ ਨੇ ਜਿਹੜਾ ਕੋਈ ਜ਼ੁਲਮ ਕਰਦਾ ਸੀਗਾ, ਇੱਥੋਂ ਤੱਕ ਉਹਨਾਂ ਨੇ ਬਾਬਰ ਨੂੰ ਜਾਬਰ ਕਹਿ ਦਿੱਤਾ ਕਿ ਤੂੰ ਜਿਹੜਾ ਹੈਗਾ ਆ ਤੂੰ ਜਾਬਰ ਆ। ਇੱਥੋਂ ਤੱਕ ਨਿਡਰ ਹੋਣ ਨੂੰ ਕਹਿ ਤਾ ਕਿ ਤੁਸੀਂ ਹਾਕਮ ਦੇ ਕੋਲੋਂ ਵੀ ਨਹੀਂ ਡਰਨਾ, ਸਾਨੂੰ ਇਹ ਸਿੱਖਿਆ ਮਿਲ ਰਹੀ। ਫਿਰ ਉਹਨਾਂ ਨੇ ਦੇਖਿਆ ਕਿ ਜਿਹੜੇ ਬ੍ਰਾਹਮਣ ਲੋਕ ਸੀਗੇ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਕਰਮ ਕਾਂਡਾਂ ਦੇ ਵਿੱਚ ਹੀ ਫਸਾਈ ਜਾਂਦੇ ਸੀ। ਉਹਨਾਂ ਨੇ ਗੋਹਾ ਲੈ ਕੇ ਉਸ ਨੂੰ ਥੱਲੇ ਧਰਤੀ 'ਤੇ ਫੇਰਨਾ, ਕਹਿਣਾ ਜੀ ਅਸੀਂ ਪਵਿੱਤਰ ਕਰ ਦਿੱਤਾ। ਜਨਾਨੀਆਂ ਦੇ ਉੱਤੇ ਜ਼ੁਲਮ ਕਰਨਾ, ਉਹਨਾਂ ਨੂੰ ਕਹਿਣਾ ਹੈਗਾ ਕਿ ਤੁਸੀਂ ਤਾਂ ਸੁੱਚੀਆਂ ਹੋ ਹੀ ਨਹੀਂ ਸਕਦੀਆਂ। ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ, ਕਿ ਤੁਸੀਂ ਜਿਨ੍ਹਾਂ ਦੇ ਰਾਹੀਂ ਇਹ ਸਾਰਾ ਸੰਸਾਰ ਚੱਲ ਰਿਹਾ ਉਹਨਾਂ ਨੂੰ ਤੁਸੀਂ ਮੰਦਾ ਕਹਿ ਰਹੇ। ਜੋਰੂ ਸਰਨਾਵਣੀ ਆਵੇ ਵਾਰੋ ਵਾਰ, ਕਹਿੰਦੇ ਤੂੰ ਇਹਨਾਂ ਨੂੰ ਤਾਂ ਕਹਿ ਦਿੱਤਾ ਕਿ ਇਹ ਪਵਿੱਤਰ ਨਹੀਂ ਹੋ ਸਕਦੀਆਂ, ਆਪ ਪਵਿੱਤਰ ਨੇ, ਅਤੇ ਤੁਸੀਂ ਤੁਹਾਡੀ ਜਿਹੜੀ ਜੀਭ ਆ ਪਹਿਲਾਂ ਇਹਨੂੰ ਸੁੱਚੀ ਕਰਕੇ ਦਿਖਾਓ। ਉਹ ਕਿੱਦਾਂ ਕਰਦਾ, ਉਹ ਉਹਨਾਂ ਨੇ ਵੀ ਤਰੀਕਾ ਸਿਖਾਇਆ।
ਉਹਨਾਂ ਨੇ ਆਖਿਆ ਕਿ ਜਿਸ ਵੇਲੇ ਤੁਹਾਡੇ ਜ਼ੁਬਾਨ ਦੇ ਉੱਪਰ ਪਰਮਾਤਮਾ ਦਾ ਹੀ ਸਿਮਰਨ ਹੋਏਗਾ ਤਾਂ ਤੁਹਾਡੀ ਜੀਵ ਸੱਚੀ ਹੋ ਜਾਏਗੀ, ਜਿਸ ਵੇਲੇ ਉਹਦਾ ਵਾਸਾ ਹੋ ਜਾਏਗਾ। ਫਿਰ ਉਹਨਾਂ ਨੇ ਸਾਧੂਆਂ ਦੇ ਨਾਲ ਜਾ ਕੇ ਗੱਲ ਕੀਤੀ। ਉਹਨਾਂ ਦੀ ਕੋਈ ਵੀ ਗੱਲ ਜਿਸ ਵੇਲੇ ਨਹੀਂ ਤੁਰ ਰਹੀ ਸੀਗੀ, ਸਾਧੂਆਂ ਦੇ ਰਾਹੀਂ ਸੋਚਿਆ ਸੀ ਥਾਂ ਥਾਂ ਜਾਣਗੇ, ਗੱਲ ਕਰਨਗੇ, ਉਹਨਾਂ ਦੀ ਗੱਲ ਫਿਰ ਵੀ ਨਹੀਂ ਚੱਲੀ। ਫਿਰ ਉਹਨਾਂ ਨੇ 4 ਉਦਾਸੀਆਂ ਕੀਤੀਆਂ। ਉਹ ਕਾਹਤੋਂ ਕੀਤੀਆਂ? 4 ਉਦਾਸੀਆਂ ਵਿੱਚ ਜਾ ਕੇ ਉਹਨਾਂ ਨੇ ਹਰ ਇੱਕ ਪ੍ਰਾਣੀ ਨੂੰ ਸਮਝਾਉਣ ਦਾ ਉਪਰਾਲਾ ਕੀਤਾ। ਉਹਨਾਂ ਨੇ ਹਰ ਇੱਕ ਨੂੰ ਇਹੀ ਉਪਦੇਸ਼ ਦਿੱਤਾ ਕਿ ਭਾਈ ਤੁਸੀਂ ਕਿਹੜੇ ਤਰੀਕੇ ਦੇ ਨਾਲ ਤੁਸੀਂ ਆਹ ਪਖੰਡ ਨਾ ਕਰੋ। ਜੇਕਰ ਮੱਕੇ ਦੇ ਵਿੱਚ ਜਾ ਕੇ ਉਹਨਾਂ ਨੇ ਪੈਰ ਘੁਮਾਇਆ, ਉਹਨਾਂ ਨੂੰ ਆਖਿਆ ਘੁਮਾ ਲਓ ਆਪਣਾ ਪੈਰ, ਜਿਸ ਤੁਸੀਂ ਕਰਨਾ ਚਾਹੁੰਦੇ ਕਰ ਦਿਓ, ਅਤੇ ਕੀ ਦੱਸਣਾ ਚਾਹਿਆ? ਉਹਨਾਂ ਨੇ ਆਖਿਆ ਕਿ ਗੋਡ ਇਜ਼ ਐਵਰੀਵੇਅਰ, ਪਰਮਾਤਮਾ ਹਰ ਥਾਂ 'ਤੇ। ਫਿਰ ਉਹਨਾਂ ਨੇ ਜੋ ਆਖਿਆ, ਭਾਈ ਇਹ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਗੱਲ ਕੀਤੀ ਉਹਨਾਂ ਨੇ। ਫਿਰ ਉਹਨਾਂ ਨੇ ਜੋ ਆਖਿਆ ਕਿ ਭਾਈ ਤੁਸੀਂ ਜਿਹੜਾ ਬੰਦਾ ਬੇਈਮਾਨੀ ਦੀ ਕਮਾਈ ਕਰਦਾ, ਅਸੀਂ ਕਹਿਤਾ ਹੈਗਾ ਕਿ ਮਾਲਕ ਭਾਗੋ ਦੀ ਰੋਟੀਆਂ ਦੇ ਵਿੱਚੋਂ ਉਹਨਾਂ ਨੇ ਜਿਹੜਾ ਸੀਗਾ ਪੂੜੀਆਂ ਦੇ ਵਿੱਚੋਂ ਉਹਨਾਂ ਨੇ ਕੱਢ ਦਿੱਤਾ ਲਹੂ, ਅਤੇ ਕੋਧਰੇ ਦੀ ਰੋਟੀ ਦੇ ਵਿੱਚੋਂ ਜਿਹੜਾ ਸੀਗਾ ਉਹਨਾਂ ਨੇ ਦੁੱਧ ਨਿਕਲਿਆ। ਉਹਨਾਂ ਨੇ ਗਰੀਬੀ ਵੇਸ ਦੇ ਵਿੱਚ ਉਹਨਾਂ ਨੇ ਕੋਧਰਾ ਕਿਹਨੂੰ ਕਹਿੰਦੇ ਸੀਗੇ? ਬਾਜਰੇ ਦਾ ਜਿਹੜਾ ਆਟਾ ਹੁੰਦਾ ਆ ਜਾਂ ਗਵਾਰੇ ਦਾ, ਇਹਨਾਂ ਦਾ ਮਿਕਸ ਕਰਕੇ ਬਾਥੂ ਜਿਹੜਾ ਸੀਗਾ ਇਹਦੇ ਨਾਲ ਰੋਟੀ ਖਾਣੀ ਉਹਨਾਂ ਨੇ ਪਸੰਦ ਕਰ ਲਈ। ਪਰ ਉਹਨਾਂ ਨੇ ਮਾਲਕ ਭਾਗੋ ਨੂੰ ਸਮਝਾਉਣ ਦੇ ਵਾਸਤੇ ਹੀ ਇਹ ਸਾਰਾ ਕੁਝ ਖੇਡ ਖੇਡੀ। ਸਾਨੂੰ ਪਲ ਪਲ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਇਸ ਵੇਲੇ ਸਾਨੂੰ ਅਗਵਾਈ ਦੇ ਰਹੇ ਨੇ ਕਿ ਭਾਈ ਤੁਸੀਂ ਨਿਰਭਉ ਹੋ ਕੇ, ਨਿਰਵੈਰ ਹੋ ਕੇ ਕਰਤਾ ਪੁਰਖ ਦੇ ਨਾਲ ਤੁਸੀਂ ਮਿਲਾਪ ਕਰਨ ਲਈ ਸੱਚੇ ਨਾਮ ਦੀ ਪ੍ਰਾਪਤੀ ਕਰਨੀ ਆ, ਜਿਹੜਾ ਕਿ ਤੁਹਾਡੇ ਅੰਦਰ ਹੈ। ਇਸ ਕਰਕੇ ਸਾਨੂੰ ਜਿਹੜੀ ਗੱਲ ਵੀ ਉਹਨਾਂ ਨੇ ਸਮਝਾਉਣਾ ਆਖਿਆ, ਪਹਿਲਾਂ ਉਹਨਾਂ ਨੇ ਉਸ ਨੂੰ ਆਪ ਪ੍ਰੈਕਟੀਕਲ ਕਰਾ ਕੇ ਸਾਨੂੰ ਸਾਰਿਆਂ ਨੂੰ ਕਰਵਾਇਆ ਕਿ ਜਿਹੜੀ ਵੀ ਤੁਸੀਂ ਕੋਈ ਵੀ ਸਾਖੀ ਲੈਂਦੇ ਆ, ਉਹਦੇ ਵਿੱਚੋਂ ਹੁਣ ਸਾਨੂੰ ਸਿੱਖਿਆ ਇਹੀ ਮਿਲਦੀ ਆ ਕਿ ਭਾਈ ਤੁਸੀਂ ਆਪਣੇ ਜੀਵਨ ਨੂੰ ਬਤੀਤ ਕਰਨਾ ਅਤੇ ਕਿੱਦਾਂ ਕਰਨਾ। ਜੇਕਰ ਉਹਨਾਂ ਨੇ ਆਖਿਆ ਕਿ ਹੱਕ ਦਾ ਖਾਣ ਦਾ, ਤਾਂ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਜਿਹੜਾ ਹਿੰਦੂ ਆ ਜੇਕਰ ਉਹ ਹੱਕ ਦੀ ਕਮਾਈ ਨਹੀਂ ਖਾਂਦਾ ਤਾਂ ਉਹ ਇੱਕ ਗਾਂ ਖਾ ਰਿਹਾ, ਜਿਹੜਾ ਮੁਸਲਮਾਨ ਆ ਉਹ ਸੂਰ ਖਾ ਰਿਹਾ। ਹੱਕ ਪਰਾਇਆ ਨਾਨਕਾ ਸੂਰਤ ਗਾਏ। ਉਹ ਕਹਿੰਦੇ ਭਾਈ ਵੀ ਤੁਸੀਂ ਸੂਰ ਖਾ ਰਹੇ ਆ, ਤੁਸੀਂ ਗਾਂ ਖਾ ਰਹੇ ਆ, ਤੁਸੀਂ ਹੱਕ ਦੀ ਕਮਾਈ ਖਾਣੀ ਸੀ। ਉਹ ਨਿਧੜਕ ਹੋ ਕੇ ਹਰ ਇੱਕ ਪ੍ਰਾਣੀ ਨੂੰ ਇਸ ਸੰਸਾਰ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ। ਤਾਂ ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ, ਅਸੀਂ ਉਹ 'ਤੇ ਕਿੰਨਾ ਕਮਲ ਕੀਤਾ। ਕਿੰਨੇ ਚਿਰ ਹੋ ਗਿਆ ਸਾਨੂੰ ਗੁਰਪੁਰਬ ਮਨਾਉਂਦਿਆਂ, ਅਰਬਾਂ ਰੁਪਈਆਂ ਲਾ ਕੇ ਅਸੀਂ ਗੁਰਪੁਰਬ ਮਨਾ ਰਹੇ। ਹੁਣ ਵੀ ਸਾਰਾ ਸੰਸਾਰ ਪੱਬਾਂ ਭਾਰ ਹੈ, ਪਰ ਅਸੀਂ ਸਿੱਖ ਕਿੰਨੇ ਤਿਆਰ ਹੋ ਰਹੇ ਹੈਗੇ। ਜੋ ਸਾਨੂੰ ਆਖਿਆ ਕਿ ਤੁਸੀਂ ਸਿੱਖ ਕਿੱਦਾਂ ਤਿਆਰ ਹੋਣਾ ਹੈਗਾ ਆ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਕਰੀਏ। ਗੁਰੂ ਨਾਨਕ ਦੇਵ ਜੀ ਆਪਾਂ ਸਿੱਖਾ ਲੈ ਕੇ ਚੱਲੀਏ ਤਾਂ ਸਾਡਾ ਗੁਰਪੁਰਬ ਜਿਹੜਾ ਮਨਾਉਣ ਦਾ ਉਪਰਾਲਾ ਜਿਹੜਾ ਉਹ ਸਹੀ ਸੇਧ ਦੇ ਦੇਵੇ, ਤਾਂ ਅਸੀਂ ਸਿੱਖ ਬਣ ਕੇ ਚੱਲੀਏ। ਇਸ ਸੰਸਾਰ ਵਿੱਚ ਆਉਣ ਦਾ ਮਨੁੱਖਾ ਦੇਹੀ ਦਾ ਲਾਹਾ ਲੈ ਲਈਏ। ਜੋ ਸਾਨੂੰ ਆਖਿਆ ਕਿ ਆਪਣੇ ਪਿਛਲੇ ਕਰਮ ਜਿਹੜੇ ਸੀਗੇ ਉਹ ਅਸੀਂ ਆਪਣੇ ਕਿਹੜੇ ਤਰੀਕੇ ਦੇ ਨਾਲ ਜਿਹੜੇ ਅਸੀਂ ਪਾਪ ਕੀਤੇ ਹੋਏ ਆ, ਪਾਪ ਕੌਣ ਕਰ ਰਿਹਾ? ਮਨ। ਅਪਰਾਧ ਕੌਣ ਕਰ ਰਿਹਾ? ਸਰੀਰ। ਅਤੇ ਜੇ ਅਸੀਂ ਇਸ ਨੁਕਤੇ ਨੂੰ ਸਮਝ ਜਾਈਏ ਤਾਂ ਸੰਸਾਰ ਦੇ ਵਿੱਚੋਂ ਅਪਰਾਧ ਹੀ ਹੁਣ ਹਟ ਜਾਣਗੇ। ਅਸੀਂ ਨਾ ਪਾਪ ਕਰਾਂਗੇ ਅਤੇ ਨਾ ਹੀ ਅਸੀਂ ਸੋਚ ਕਰਾਂਗੇ। ਆਪਣੀ ਸੋਚ ਨੂੰ ਚੇਂਜ ਕਰਨ ਦਾ ਤਰੀਕਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਨੇ। ਉਹ ਕਹਿੰਦੇ ਨੇ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨੇੜੇ ਦਾ ਭਾਵ ਕਿ ਤੁਸੀਂ ਮੁੜ ਕੇ ਜੂਨਾਂ ਵਿੱਚ ਨਹੀਂ ਆਓਗੇ, ਅਤੇ ਜੇਕਰ ਤੁਸੀਂ ਮਾੜਾ ਕੰਮ ਕਰ ਲਿਆ, ਫਲ ਉਹਦਾ ਵੀ ਮਿਲਣਾ ਅਤੇ ਫਲ ਉਹਦਾ ਵੀ ਮਿਲਣਾ। ਉਹਦਾ ਫਲ ਮਿਲਿਆ ਕਿ ਤੁਸੀਂ ਜੂਨਾਂ ਤੋਂ ਰਹਿਤ ਹੋ ਗਏ। ਜੂਨਾਂ ਤੋਂ ਰਹਿਤ ਹੋਣ ਦੇ ਵਾਸਤੇ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਸਮਝਾ ਦਿੱਤਾ ਕਿ ਹਰ ਜਨ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਾਵ ਖੰਡਾ ਹੈ। ਤੁਹਾਡਾ ਜਨਮ ਮਰਨ ਖੰਡਨ ਹੋ ਜਾਏਗਾ। ਅਸੀਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਲਈਏ ਅਤੇ ਦੂਰ ਤੋਂ ਭਾਵ ਅਸੀਂ ਹੋਰ ਜੂਨਾਂ ਵਿੱਚ ਜਾਣਾ। ਸੋ ਸਾਨੂੰ ਇਹ ਉਪਰਾਲਾ ਕਰੀਏ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਲੈ ਕੇ ਇਸ ਗੁਰਪੁਰਬ ਤੋਂ ਇਹ ਸਿੱਖ ਕੇ ਆਪਣੇ ਇਸ ਸੰਸਾਰ ਦੇ ਵਿੱਚ ਜੋ ਮਨੁੱਖਾ ਦੇਹੀ ਮਿਲੀ ਆ, ਇਹਦਾ ਅਸੀਂ ਲਾਭ ਲੈ ਲਈਏ। ਗੁਰਮੁਖ ਆਇਆ ਲਾਹਾ ਲੈਣ ਤੋਂ ਅਸੀਂ ਇਹ ਗੁਰਮੁਖ ਬਣ ਕੇ ਅਸੀਂ ਹਰ ਵੇਲੇ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹੀਏ। ਸੋ ਇਹ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣੀਆਂ, ਅਣਜਾਣ ਬੱਚਾ ਸਮਝ ਕੇ ਮਾफ़ ਕਰਨਾ ਜੀ। ਅਤੇ ਮੇਰਾ ਜੋ ਨਾਮ ਹੈ ਭਾਈ ਗੁਰਮੇਲ ਸਿੰਘ, ਮੰਡ ਜਲੰਧਰ। ਟੈਲੀਫੋਨ ਨੰਬਰ 97 791 41501। ਪ੍ਰਭ ਕਾ ਸਿਮਰਨ ਕੇਂਦਰ
YouTube ਤੇ ਚੈਨਲ ਹੈ ਜੀ, ਤੇ ਇਸ ਨੂੰ ਕੰਟੈਕਟ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।